ਇੱਥੇ ਰਹਿਣ ਵਾਲੀ ਮਾਈ ਨੂੰ ਉਹਦੀ ਸਹੇਲੀ ਨੇ ਪੁੱਛਿਆ ਕਿ ਤੂੰ ਮੁਕਤ ਹੋ ਗਈ ਹੈ। ਫਿਰ ਇਹ ਕਹਿੰਦੀ ਵੀ ਮੈਂ ਉਹਨੂੰ ਦੱਸਿਆ ਵੀ ਥੋੜ੍ਹੀ ਥੋੜ੍ਹੀ ਤੇ ਮੁਕਤ ਹੋਈ ਹਾਂ, ਤੇ ਜਿੰਨੀ ਕੁ ਮੁਕਤ ਹੋਈ ਹਾਂ ਉਸ ਹਿਸਾਬ ਨਾਲ ਰਸ ਵੀ ਆ ਰਿਹਾ ਹੈ, ਚੰਗਾ ਵੀ ਲੱਗ ਰਿਹਾ ਹੈ, ਸ਼ਾਂਤੀ ਵੀ ਮਿਲ ਰਹੀ, ਸੁਰਖਰੂ ਵੀ ਹੋ ਰਹੀ। ਥੋੜ੍ਹੀ ਜਿਹੀ ਘਰ ਵੱਲੋਂ ਮੁਕਤ ਹੋਈ, ਪਰਿਵਾਰ ਵੱਲੋਂ ਮੁਕਤ ਹੋਈ, ਸੰਸਾਰ ਵੱਲੋਂ ਮੁਕਤ ਹੋਈ। ਤੇ ਆਪਣੇ ਸਰੀਰ ਵੱਲੋਂ ਵੀ ਇਹਨੇ ਦੱਸਿਆ ਵੀ ਮੈਂ ਥੋੜ੍ਹੀ ਜਿਹੀ ਮੁਕਤ ਹੋਈ, ਕਿਉਂਕਿ ਮੈਂ ਜ਼ਿਆਦਾ ਧਿਆਨ ਰੱਖਦੀ ਸੀ ਸਰੀਰ ਦਾ। ਅਕਸਰ ਇਸਤਰੀਆਂ ਜ਼ਿਆਦਾ ਖਿਆਲ ਰੱਖਦੀਆਂ ਹਨ ਸਰੀਰ ਦਾ। ਸਰੀਰ ਨਾਲ ਇਸਤਰੀ ਦਾ ਜ਼ਿਆਦਾ ਮੋਹ ਹੁੰਦਾ ਹੈ, ਪੁਰਸ਼ਾਂ ਨਾਲ ਬਹੁਤ ਖਿਆਲ ਰੱਖਦੀਆਂ ਹਨ। ਸਰੀਰ ਦਾ ਤੇ ਇਹ ਕਹਿੰਦੀ ਮੈਂ ਅੱਗੇ ਧੁੱਪੇ ਨਹੀਂ ਸੀ ਨਿਕਲਦੀ, ਸਕਿਨ ਖਰਾਬ ਨਾ ਹੋ ਜਾਵੇ, ਤੇ ਹੁਣ ਮੈਂ ਇੱਥੇ ਧੁੱਪੇ ਹੀ ਕੰਮ ਕਰਦੀ ਰਹਿੰਦੀ ਹਾਂ। ਨਾ ਹੀ ਕੋਈ ਬਹੁਤਾ ਸ਼ੌਂਕ ਰਿਹਾ ਹੈ ਤਿਆਰ ਵਿਆਰ ਹੋਣ ਦਾ। ਕਿਸੇ ਨੂੰ ਦਿਖਾਉਣ ਦਾ। ਤੇ ਇਹ ਸਾਰਿਆਂ ਨੂੰ ਵੱਡੀ ਇਸਤਰੀ ਵਾਸਤੇ ਉਪਲਬਧੀ ਹੋਵੇਗੀ ਕਿ ਉਹਦਾ ਤਨ ਵੱਲੋਂ ਧਿਆਨ ਹਟ ਜਾਵੇ। ਨਹੀਂ ਤੇ ਅਕਸਰ ਸਰੀਰ ਵੱਲ ਧਿਆਨ ਇਸਤਰੀ ਦਾ ਬਹੁਤ ਰਹਿੰਦਾ, ਜ਼ਿਆਦਾਤਰ ਇਸਤਰੀਆਂ ਕੱਪੜੇ ਵੀ ਇਸੇ ਕਰਕੇ ਪਾਉਂਦੀਆਂ ਹਨ, ਹੋਰ ਵੀ ਜੋ ਕੁਛ ਵੀ ਤੁਸੀਂ ਦੇਖਦੇ ਹੋ। ਬਾਹਰ ਸੰਸਾਰ ਦੇ ਵਿੱਚ ਪੁਰਸ਼ ਵੀ ਕਰਦੇ ਹਨ ਬਹੁਤ ਕੁਛ, ਸਰੀਰ ਨੂੰ ਬਣਾਉਂਦੇ ਹਨ, ਪਰ ਇਸਤਰੀਆਂ ਦਾ ਲਗਾਵ ਹੋਰ ਵੀ ਜ਼ਿਆਦਾ ਹੁੰਦਾ, ਤੇ ਲਗਾਵ ਘਟ ਰਿਹਾ ਹੈ ਤੇ ਉਹਨੇ ਹੀ ਸੁਰਖਰੂ ਹੋ ਰਹੀ, ਥੋੜ੍ਹੀ ਜਿਹੀ ਸ਼ਾਂਤੀ ਮਿਲ ਰਹੀ, ਤੇ ਥੋੜ੍ਹੀ ਥੋੜ੍ਹੀ ਤੇ ਮੁਕਤੀ ਹੋ ਰਹੀ। ਉਹ ਕਹਿੰਦੀ ਅਗਰ ਪੂਰੀ ਮੁਕਤੀ ਹੋ ਜਾਵੇਗੀ ਤਾਂ ਤੈਨੂੰ ਪਤਾ ਕਿਵੇਂ ਲੱਗੇਗਾ। ਦੇਖੋ ਜਦੋਂ ਇੰਨੀ ਮੁਕਤੀ ਦੇ ਨਾਲ ਉਹਨੂੰ ਪਤਾ ਲੱਗ ਰਿਹਾ ਹੈ, ਥੋੜ੍ਹੀ ਥੋੜ੍ਹੀ ਹੋ ਰਹੀ ਹੈ ਤੇ ਪਤਾ ਲੱਗ ਰਿਹਾ ਹੈ ਨਾ, ਚੰਗਾ ਲੱਗ ਰਿਹਾ ਹੈ, ਥਿਰ ਹੋ ਰਹੀ ਹੈ, ਸ਼ਾਂਤ ਹੋ ਰਹੀ ਹੈ, ਤਿਤ ਹੋ ਰਹੀ ਹੈ, ਪਤਾ ਲੱਗ ਰਿਹਾ ਹੈ ਨਾ। ਤੇ ਜਦੋਂ ਪੂਰੀ ਹੋਵੇਗੀ ਉਦੋਂ ਪਤਾ ਨਾ ਲੱਗੇਗਾ। ਤੁਹਾਨੂੰ ਕੀ ਖਿਆਲ ਹੈ? ਉਦੋਂ ਤੇ ਖੰਭ ਲੱਗ ਜਾਣਗੇ। ਥੋੜ੍ਹੀ ਥੋੜ੍ਹੀ ਮੁਕਤ ਹੋ ਰਹੀ ਹੈ ਤੇ ਥੋੜ੍ਹੀ ਥੋੜ੍ਹੀ ਸੁਤੰਤਰਤਾ ਦਾ ਪਤਾ ਲੱਗ ਰਿਹਾ ਹੈ। ਜਦੋਂ ਪੂਰਨ ਮੁਕਤ ਹੋ ਜਾਵੇਗੀ ਤੇ ਫਿਰ ਪੂਰਨ ਸੁਤੰਤਰਤਾ ਦਾ ਪਤਾ ਲੱਗੇਗਾ ਨਾ। ਤੇ ਉਦੋਂ ਫਿਰ ਦੱਸਣ ਦੀ ਲੋੜ ਥੋੜ੍ਹੀ ਪਵੇਗੀ ਮੁਕਤੀ ਵਾਸਤੇ।
ਪਰ ਤੁਸੀਂ ਇੱਕ ਗੱਲ ਖਿਆਲ ਹੋਰ ਕਰੋ ਕਿ ਅਕਸਰ ਜ਼ਿਆਦਾਤਰ ਜਿਹੜੇ ਪੁੱਛਣ ਵਾਲੇ ਹਨ ਉਹਨਾਂ ਦਾ ਪ੍ਰਯੋਜਨ ਕੀ ਹੁੰਦਾ ਹੈ ਐਸਾ ਪੁੱਛਣ ਦਾ? ਪਹਿਲੇ ਤਾਂ ਉਹ ਹੁੰਦੇ ਹਨ ਵੀ ਜਿਹੜੇ ਜਾਣਨਾ ਚਾਹੁੰਦੇ ਹਨ ਵੀ ਤੁਸੀਂ ਇੱਥੇ ਰਹਿ ਰਹੇ ਹੋ, ਤੁਹਾਨੂੰ ਕੁਛ ਉਪਲਬਧ ਵੀ ਹੋ ਰਿਹਾ ਹੈ, ਕੁਛ ਮਿਲ ਰਿਹਾ ਹੈ, ਵੀ ਪਤਾ ਲੱਗ ਜਾਵੇ ਵੀ ਮੁਕਤ ਹੋ ਰਹੇ ਹੋ ਤਾਂ ਅਸੀਂ ਜਾਣ ਲਈਏ ਵੀ ਉਹ ਬਾਬੇ ਵੀ ਜਿੱਥੇ ਰਹਿ ਰਹੇ ਸੀ ਉਹ ਮੁਕਤ ਹੋਣਗੇ। ਵੀ ਉਹਨਾਂ ਬਾਰੇ ਤਾਂ ਹੀ ਪਤਾ ਲੱਗੇਗਾ ਨਾ ਵੀ ਅਗਰ ਤੁਹਾਡੇ ਬਾਰੇ ਪਤਾ ਲੱਗ ਜਾਵੇ ਸਰ। ਤੇ ਬਾਹਰੋਂ ਤੁਸੀਂ ਪਤਾ ਲਾ ਵੀ ਨਹੀਂ ਸਕਦੇ, ਪਰ ਲੋਕ ਪਤਾ ਲਾਉਣ ਦੀ ਕੋਸ਼ਿਸ਼ ਕਰਦੇ ਹਨ ਵੀ ਉਹਨਾਂ ਕੋਲ ਰਹਿਣ ਵਾਲੇ। ਹੁਣ ਇਹਨੂੰ ਬਹੁਤਾ ਚਿਰ ਵੀ ਨਹੀਂ ਹੋਇਆ ਹੈ ਇੱਥੇ ਰਹਿੰਦੀ ਨੂੰ, ਸਾਧਕ ਤੇ ਕਈ ਸਾਲ ਰਹਿੰਦੇ ਹਨ। ਪਰ ਪਿਛਲਿਆਂ ਨੂੰ ਕਿੰਨਾ ਖਿਆਲ ਹੁੰਦਾ ਹੈ ਵੀ ਪਤਾ ਕਰੀਏ ਕੁਛ ਮਿਲ ਰਿਹਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਬਹੁਤ ਸਾਰੇ ਸਾਧਕਾਂ ਦੇ ਵਿੱਚ ਈਰਖਾ ਵੀ ਹੁੰਦੀ ਹੈ ਵੀ ਪਤਾ ਕਰੀਏ ਉਹਦਾ ਵੀ ਕੁਛ ਮਿਲਿਆ ਹੋਇਆ, ਅਗਰ ਉਹਨੂੰ ਮੁਕਤੀ ਮਿਲ ਰਹੀ ਹੈ ਸਾਡੇ ਤੋਂ ਅੱਗੇ ਨਾ ਚਲੇ ਜਾਵੇ, ਉਹਨੂੰ ਪਹਿਲਾਂ ਨਾ ਮੁਕਤੀ ਮਿਲ ਜਾਵੇ। ਇੱਥੇ ਵੀ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ ਹੈ ਸਾਧਕਾਂ ਦੇ ਵਿੱਚ ਵੀ ਦੂਸਰਾ ਅੱਗੇ ਨਾ ਨਿਕਲ ਜਾਵੇ, ਦੂਸਰਾ ਨੇੜੇ ਨਾ ਹੋ ਜਾਵੇ, ਦੂਸਰੇ ਨੂੰ ਪਹਿਲਾਂ ਮੁਕਤੀ ਨਾ ਮਿਲ ਜਾਵੇ, ਕਿਤੇ ਮੈਂ ਪਿੱਛੇ ਨਾ ਰਹਿ ਜਾ। ਦੇਖੋ ਮੁਕਤੀ ਦਾ ਅਰਥ ਹੀ ਕੰਪੀਟੀਸ਼ਨ ਤੋਂ ਬਾਹਰ ਹੋਣਾ ਸੀ, ਦੌੜ ਤੋਂ ਬਾਹਰ ਹੋਣਾ ਸੀ। ਪਰ ਸਾਧਕ ਵੀ ਦੌੜ ਦੇ ਵਿੱਚ ਫਸੇ ਹੋਏ। ਫਸੇ ਕਿਉਂ ਹਨ? ਬਾਹਰ ਦੀ ਸਿੱਖਿਆ ਦੇ ਕਾਰਨ। ਬਾਹਰ ਦੀ ਸਿੱਖਿਆ ਧਾਰਮਿਕ ਮਿਲੀ ਹੋਈ ਹੈ ਨਾ, ਉਸ ਕਾਰਨ ਫਸੇ ਹੋਏ ਆ। ਧਾਰਮਿਕ ਲੋਕ ਕਹਿੰਦੇ ਤੁਸੀਂ ਮੁਕਤ ਹੋਣਾ ਹੈ, ਤੇ ਜਦੋਂ ਮੁਕਤ ਹੋਣਾ ਹੈ ਤੇ ਉਹ ਫਿਰ ਕੋਸ਼ਿਸ਼ ਕਰਦੇ ਹਨ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ। ਸਾਧੂ ਮਹਾਤਮਾ ਦੇ ਨਾਲ ਵੀ ਬਹੁਤ ਲੋਕ ਜੁੜੇ ਹਨ, ਬਹੁਤ ਮਾਈਆਂ ਜੁੜੀਆਂ ਹੋਈਆਂ ਹਨ। ਕਈ ਐਸੀਆਂ ਵੀ ਹਨ ਉਹਨਾਂ ਦਾ ਮੋਹ ਦੂਸਰੇ ਪਾਸੇ ਵੀ ਹੈ ਕਿਸੇ ਸਾਧੂ ਮਹਾਤਮਾ ਨਾਲ, ਇੱਧਰ ਵੀ ਸੁਣਦੀਆਂ ਹਨ। ਗੱਲ ਠੀਕ ਵੀ ਲੱਗਦੀ ਹੈ, ਸਮਝ ਵਿੱਚ ਵੀ ਆਉਂਦੀ ਹੈ, ਪਰ ਮੋਹ ਟੁੱਟਦਾ ਨਹੀਂ। ਫਿਰ ਧਾਰਮਿਕ ਮੋਹ ਬਹੁਤ ਕਠਿਨ ਹੈ। ਇਹੋ ਹੀ ਬੰਧਨ ਹੈ। ਹੁਣ ਤੁਸੀਂ ਖਿਆਲ ਕਰੋ ਵੀ ਮੁਕਤੀ ਦਾ ਅਰਥ ਕੀ ਹੈ। ਹੁਣ ਧਾਰਮਿਕ ਲੋਕ ਤਾਂ ਕਹਿੰਦੇ ਹਨ ਮੁਕਤ ਹੋਣਾ ਹੈ, ਮੁਕਤ ਹੋ ਜਾਓ, ਮੁਕਤੀ ਵਾਸਤੇ ਉਪਾਅ ਕਰੋ, ਸਾਧਨਾ ਕਰੋ, ਧਿਆਨ ਕਰੋ, ਜਪ ਤਪ ਕਰੋ, ਸਿਮਰਨ ਕਰੋ, ਕਰੋ ਕੁਛ ਨਾ ਕੁਛ। ਕਰਾਉਂਦੇ ਹਨ, ਬਹੁਤ ਕਰ ਰਹੇ ਹਨ ਸਾਧਕ, ਪਰ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਮੁਕਤ ਹੋਣਾ ਕਿਹਦੇ ਤੋਂ ਹੈ। ਸੰਸਾਰ ਚੋਂ ਮੁਕਤ ਹੋਣਾ ਹੈ ਨਾ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਪਾਪ ਬੇੜ। ਸੰਸਾਰ ਚੋਂ ਮੁਕਤ ਹੋਣਾ ਹੈ। ਕਈਆਂ ਨੂੰ ਪਤਾ ਵੀ ਹੈ ਵੀ ਸੰਸਾਰ ਚੋਂ ਮੁਕਤ ਹੋਣਾ ਹੈ, ਫਿਰ ਵੀ ਉਹਨਾਂ ਨੂੰ ਅਰਥ ਦਾ ਨਹੀਂ ਪਤਾ ਹੈ ਮੁਕਤੀ ਦੇ ਦਾ।
ਵੀ ਮੁਕਤੀ ਦਾ ਅਰਥ ਹੁੰਦਾ ਹੈ ਵੀ ਸੰਸਾਰ ਤੋਂ ਬਾਹਰ ਹੋਣਾ ਹੈ। ਜਿਹੜੀ ਚੀਜ਼ ਤੋਂ ਆਪਾਂ ਮੁਕਤ ਹੋ ਜਾਂਦੇ ਹਾਂ ਉਸ ਤੋਂ ਬਾਹਰ ਹੋ ਜਾਂਦੇ ਹਾਂ। ਤਾਂ ਸੰਸਾਰ ਚੋਂ ਬਾਹਰ ਹੋਣਾ ਹੈ ਸੰਸਾਰ ਮੁਕਤ ਹੋਣ ਦਾ ਅਰਥ। ਤੇ ਮੈਂ ਇਸੇ ਕਰਕੇ ਹੀ ਮੁਕਤੀ ਦੀ ਗੱਲ ਨਹੀਂ ਕਰਦਾ ਹਾਂ ਵੀ ਤੁਸੀਂ ਮੁਕਤ ਹੋਣਾ ਹੈ। ਮੈਂ ਤੁਹਾਨੂੰ ਉਲਟੀ ਗੱਲ ਦੱਸ ਰਿਹਾ ਹਾਂ, ਉਲਟੇ ਪਾਸੇ ਤੋਂ ਦੱਸ ਰਿਹਾ ਹਾਂ। ਇਹ ਜ਼ਿਆਦਾ ਵਧੀਆ ਹੈ, ਕਿਉਂਕਿ ਪਹਿਲੇ ਜਿਹੜੀ ਗੱਲ ਕੀਤੀ ਜਾਂਦੀ ਹਨ ਨਾ ਵੀ ਮੁਕਤ ਹੋਣਾ ਹੈ, ਤੁਸੀਂ ਮੁਕਤ ਹੋ ਸਕਦੇ ਹੋ, ਮੁਕਤੀ ਵਾਸਤੇ ਕੋਸ਼ਿਸ਼ ਕਰੋ। ਤੇ ਹਜ਼ਾਰਾਂ ਹੀ ਜਗਿਆਸੂ ਸਾਧਕ ਸੰਨਿਆਸੀ ਤਪੀਸਰ ਲੱਗੇ ਹੋਏ, ਮੁਕਤ ਹੋ ਨਹੀਂ ਪਾ ਰਹੇ ਹਨ ਕਿ ਦੂਸਰਾ ਪੱਖ ਉਹ ਛੱਡ ਨਹੀਂ ਰਹੇ ਹਨ। ਮੈਂ ਕਹਿੰਦਾ ਹਾਂ ਤੁਸੀਂ ਬੰਧਨਾਂ ਤੋਂ ਛੁੱਟਣਾ ਹੈ, ਬੰਧਨ ਤੋੜਨੇ ਹਨ। ਤੇ ਜਦੋਂ ਬੰਧਨ ਟੁੱਟ ਜਾਣਗੇ ਤੁਸੀਂ ਜਾਣੋਗੇ ਤੁਸੀਂ ਮੁਕਤ ਹੋ। ਮੁਕਤ ਹੋਣਾ ਨਹੀਂ ਹੈ, ਕਿਉਂਕਿ ਪਹਿਲਾਂ ਤੁਸੀਂ ਮੁਕਤ ਹੀ ਸੀ। ਤੁਸੀਂ ਸੰਸਾਰ ਤੇ ਜਦੋਂ ਆਏ ਉਦੋਂ ਮੁਕਤ ਹੀ ਸੀ। ਸੰਸਾਰ ਦੇ ਵਿੱਚ ਤੁਹਾਡੀ ਸੁਰਤ ਲੱਗ ਗਈ, ਸੁਰਤ ਬੰਧ ਗਈ, ਸੁਰਤ ਫਸ ਗਈ ਤੇ ਸੰਸਾਰ ਦੇ ਨਾਲ ਬੰਧ ਗਈ। ਸੁਰਤੀ ਲੱਗੀ ਹੈ ਨਾ, ਮਨ ਲੱਗਾ ਹੋਇਆ ਸੰਸਾਰ ਨਾਲ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਲੱਗ ਗਈ, ਇੱਧਰ ਲਿਵ ਲੱਗ ਗਈ, ਸੰਸਾਰ 'ਚ ਲੱਗ ਗਈ, ਉਧਰੋਂ ਛੁੱਟ ਗਈ। ਇੱਧਰ ਬੰਧਨ 'ਚ ਪੈ ਗਈ, ਤੁਸੀਂ ਬੰਧ ਗਏ ਸੰਸਾਰ ਨਾਲ। ਬੰਦੇ ਕਿਵੇਂ? ਮੇਰੀ ਮੇਰੀ ਧਾਰ ਬੰਧਨ ਬੰਧਿਆ। ਮੇਰੀ ਮੇਰੀ ਦੀ ਧਾਰਨਾ ਕਰਕੇ ਬੰਧਨ ਵਿੱਚ ਪੈ ਗਈ। ਮੇਰਾ ਹੈ, ਮੇਰੀ ਹੈ, ਮੇਰਾ ਪਤੀ ਹੈ, ਮੇਰੀ ਪਤਨੀ ਹੈ, ਮੇਰਾ ਬੱਚਾ ਹੈ, ਮੇਰੀ ਬੱਚੀ ਹੈ, ਮੇਰਾ ਘਰ ਹੈ, ਮੇਰੀ ਜਾਇਦਾਦ ਹੈ, ਮੇਰੀ। ਉਹ ਮੇਰੀ ਦੀ ਧਾਰਨਾ ਹੌਲੀ 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 ਬਹੁਤ ਗਹਿਰੇ ਬੈਠ ਗਈ। ਤੁਸੀਂ ਉਹਦਾ ਸੰਬੰਧ ਆਪਣੇ ਨਾਲ ਜੋੜ ਲਿਆ ਵੀ ਇਹ ਮੇਰਾ ਹੈ, ਇਹ ਮੇਰੀ ਹੈ। ਤੁਸੀਂ ਆਪਣਾ ਇੱਕ ਅੰਗ ਬਣਾ ਲਿਆ, ਉਹ ਧਾਰਨਾ ਦੁਆਰਾ ਜੁੜ ਗਏ। ਇਹੋ ਹੀ ਬੰਧਨ ਹੈ ਨਾ। ਤੇ ਮੇਰੀ ਦੀ ਧਾਰਨਾ ਬੰਧਨ ਹੈ। ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਬਰੇ, ਜਿਨ ਸੱਚ ਨਾਮ ਚਿਤ ਲਾਏ। ਕਹਿੰਦੇ ਮਾਇਆ ਕੀ ਹੈ? ਮਮਤਾ। ਮਮ ਮੇਰਾ, ਮੇਰੀ। ਇਹੋ ਹੀ ਖਾ ਰਹੀ ਹੈ ਤੁਹਾਡੇ ਧਿਆਨ ਨੂੰ। ਮੇਰਾਪਨ ਤੁਹਾਡੇ ਧਿਆਨ ਨੂੰ ਖਾਂਦਾ ਹੈ। ਜਿੱਥੇ ਮੇਰਾ ਮੇਰਾ ਜੁੜਿਆ ਹੈ ਉਧਰ ਹੀ ਧਿਆਨ ਤੁਹਾਡਾ ਜਾਂਦਾ ਹੈ ਤੇ ਤੁਹਾਡਾ ਧਿਆਨ ਖਾ ਰਹੀ ਹੈ ਇਹ ਮਮਤਾ, ਇਹ ਮੋਹਣ, ਇਹ ਮਾਇਆ, ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿੰਦੇ ਹੋ, ਲਗਾਵ ਲਗਾਇਆ ਹੈ, ਚਿੱਤ ਲਾਇਆ ਹੈ, ਉਹ ਹੀ ਤੁਹਾਨੂੰ ਖਾ ਰਹੇ ਹਨ। ਦੇਖੋ ਤੁਹਾਡੇ ਆਪਣੇ ਹੀ ਤੁਹਾਨੂੰ ਨੁਕਸਾਨ ਪਹੁੰਚਾ ਰਹੇ ਹਨ, ਇਉਂ ਕਹਿ ਸਕਦੇ ਹਾਂ। ਜਿਵੇਂ ਕਿਸੇ ਨੇ ਨਾ ਇੱਕ ਕਾਰਟੂਨ ਜਿਹਾ ਬਣਾਇਆ ਹੋਇਆ ਸੀ ਵੀ ਟੈਲੀਫੋਨ ਜਿਹੜਾ ਹੈ ਨਾ ਉਹ ਧਰਤੀ ਸੁਰਤ ਨੂੰ ਖਿੱਚਦਾ ਹੈ, ਧਿਆਨ ਨੂੰ ਖਿੱਚਦਾ ਹੈ।
तो उन्हें वैसा ही खिंचाव जिहा बनाया होया भी किवें खिंच रहा है टैलीफोन तुहाडी सुरत। टैलीफोन ही नहीं खिंच रहा है, बाकी भी चार चपेरे खिंच ही रहे हैं, तो सुरत बाहर लग गई। इहो ही बंधन है। इसे करके ही सतगुरु नूं बंदी मुक्त किया है। बंदी छोड़, बंधन मुक्त करन वाला। आप मुक्त मुक्त करे संसार। आप बंधना तो मुक्त हो गया है, हुण कोई भी बंधन नहीं है उन्होंने। ओदी सुरत किसे नाल बंधी होई नहीं है, ते जिहदी नहीं बंधी है किसे नाल सुरत, ओह ही दूसरे नूं भी बंधन मुक्त कर सकदा है। क्यों? क्योंकि वो जानदा है इस ढंग दे नाल सुरत हटदी है। ਤੇ ਜਿਹੜਾ ਬੰਧਿਆ ਹੋਇਆ ਹੈ, ਹਜੇ ਬਹੁਤ ਸਾਰੇ ਮਹਾਤਮਾ ਸਾਧੂ ਸੰਤ ਐਸੇ ਹਨ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਇਆ ਦੇ ਨਾਲ ਲੱਗੇ ਹੋਏ ਹਨ, ਕਿਸੇ ਬੰਧਨ ਦੇ ਵਿੱਚ ਪਏ ਹੋਏ ਹਨ। ਤੇ ਉਹਨਾਂ ਦੇ ਨਾਲ ਜਿਹੜੇ ਜੁੜਨ ਵਾਲੇ ਹਨ, ਉਹਨਾਂ ਨੂੰ ਵੀ ਉਹ ਬੰਧਨ ਦੇ ਵਿੱਚ ਹੀ ਪਾ ਦਿੰਦੇ ਹਨ। ਤੇ ਦੱਸਦੇ ਹਨ ਮੁਕਤੀ ਦਾ ਰਸਤਾ, ਪਾਉਂਦੇ ਹਨ ਬੰਧਨ ਵਿੱਚ ਜ਼ਿਆਦਾਤਰ ਧਾਰਮਿਕ ਲੋਕ। ਅਕਸਰ ਤੁਹਾਨੂੰ ਕਿਤੇ ਨਾ ਕਿਤੇ ਜੋੜ ਦਿੰਦੇ ਹਨ। ਇੱਕ ਤਾਂ ਸੰਸਾਰਿਕ ਲੋਕ ਜੋੜਦੇ ਹਨ, ਬੰਧਨ 'ਚ ਪਾਉਂਦੇ ਹਨ। ਵੇਖੋ ਬਚਪਨ ਤੋਂ ਸਮਝਾਉਣ ਲੱਗ ਜਾਂਦੇ ਆ ਵੀ ਆਹ ਤੇਰਾ ਘਰ, ਇਹ ਤੇਰੀ ਜਾਤੀ, ਇਹ ਤੇਰਾ ਪਿਤਾ, ਇਹ ਤੇਰੀ ਮਾਤਾ, ਤੂੰ ਯਾਦ ਰੱਖਣਾ। ਤੇ ਹੌਲੀ ਹੌਲੀ ਉਹਨੂੰ ਸਮਝਾਉਂਦੇ, ਬੰਧਨ 'ਚ ਪਾਉਂਦੇ ਆ। ਪਰ ਧਾਰਮਿਕ ਲੋਕ ਹੋਰ ਵੀ ਗਹਿਰੇ ਜ਼ਿਆਦਾ ਬੰਧਨ ਦੇ ਵਿੱਚ ਪਾ ਦਿੰਦੇ ਹਨ। ਉਹ ਕਹਿੰਦੇ ਹਨ ਇਹ ਤੇਰਾ ਗੁਰੂ, ਇਹ ਤੇਰਾ ਗੁਰ ਇਤਿਹਾਸ, ਤੇ ਉਹਦੇ ਨਾਲ ਜੋੜ ਦਿੰਦੇ ਹਨ ਜਿਹੜਾ ਪਿੱਛੇ ਹੋਇਆ ਸੀ। ਉਹਦੇ ਤੋਂ ਛੁੱਟਣਾ ਹੋਰ ਵੀ ਜ਼ਿਆਦਾ ਕਠਿਨ ਹੁੰਦਾ ਹੈ। ਖਿਆਲ ਵਿੱਚ ਰੱਖਿਓ, ਸੰਸਾਰ ਵਿੱਚੋਂ ਛੁੱਟਣਾ ਇਹ ਜੇ ਸਿਖਾਲਾ ਹੈ। ਅਗਰ ਕਿਸੇ ਦਾ ਧਾਰਮਿਕ ਬੰਧਨ ਪੈ ਗਿਆ ਨਾ, ਉਹ ਬੜਾ ਪਿਆਰਾ ਹੈ। ਜਿਵੇਂ ਕਹਿੰਦੇ ਹਨ ਨਾ, ਲੋਹੇ ਦੀਆਂ ਤੰਦੀਰਾਂ ਤੋੜ ਦਿੰਦਾ ਹੈ ਆਦਮੀ, ਸੋਨੇ ਦੀਆਂ ਨਹੀਂ ਤੋੜਦਾ। ਪਿਆਰੀਆਂ ਹੁੰਦੀਆਂ ਨਾ, ਚੰਗੀਆਂ ਲੱਗਦੀਆਂ। ਤੋੜਨੀਆਂ ਤੇ ਲੋਹੇ ਦੀਆਂ ਵੀ ਔਖੀਆਂ ਹਨ, ਕਿਉਂਕਿ ਜਿਹੜਾ ਸਾਰੀ ਜ਼ਿੰਦਗੀ ਪਾ ਕੇ ਹੀ ਰੱਖਦਾ ਹੈ ਤਾਂ ਉਹਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਹਨ ਲੋਹੇ ਦੀਆਂ ਹੀ। ਇਸੇ ਕਰਕੇ ਸੰਸਾਰੀ ਲੋਕ ਛੁੱਟਣਾ ਨਹੀਂ ਚਾਹੁੰਦੇ ਹਨ ਸੰਸਾਰ 'ਚੋਂ। ਤੁਸੀਂ ਖਿਆਲ ਕੀਤਾ ਹੈ ਕਦੇ? ਤੁਸੀਂ ਬੰਧਨ 'ਚ ਪਏ ਹੋ, ਬੰਧਨ ਮੁਕਤ ਨਹੀਂ ਹੋਣਾ ਚਾਹੁੰਦੇ ਹੋ। ਕਿਉਂ? ਕਿਉਂਕਿ ਬੰਧਨ ਹੀ ਤੁਹਾਨੂੰ ਪਿਆਰੇ ਲੱਗਣ ਲੱਗ ਪਏ ਹਨ। ਜਿਵੇਂ ਕੋਈ ਜੇਲ੍ਹ 'ਚ ਪਿਆ ਹੋਵੇ ਬਚਪਨ 'ਚੋਂ ਹੀ, ਹੱਥਕੜੀਆਂ ਲੱਗੀਆਂ ਹੋਣ, ਅਤੇ ਹੌਲੀ ਹੌਲੀ ਉਹ ਹੱਥਕੜੀਆਂ ਨੂੰ ਹੀ ਆਪਣਾ ਜੀਵਨ ਸਮਝ ਲੈਂਦਾ ਹੈ। ਉਹਦੀਆਂ ਅਗਰ ਤੋੜ ਵੀ ਦਿਓ ਤਾਂ ਉਹਨੂੰ ਚੰਗਾ ਨਹੀਂ ਲੱਗੇਗਾ, ਕਿਉਂਕਿ ਉਹਨਾਂ ਨਾਲ ਆਦਤ ਬਣ ਗਈ ਹੈ ਰਹਿਣ ਦੀ। ਬੰਧਨਾਂ ਨਾਲ ਜੀਣ ਦੀ ਵੀ ਆਦਤ ਪੈ ਜਾਂਦੀ ਹੈ ਬੰਦੇ ਨੂੰ ਨਾ। ਕਈ ਨਰਕ 'ਚ ਜੀ ਰਹੇ ਹਨ, ਨਰਕ 'ਚ ਜੀਣ ਦੀ ਵੀ ਆਦਤ ਪੈ ਗਈ। ਇੱਦਾਂ ਹੀ ਜੇਲ੍ਹ 'ਚ ਕਈ ਬੰਦ ਹਨ ਬਚਪਨ ਤੋਂ, ਉਹਨਾਂ ਨੂੰ ਜੇਲ੍ਹ 'ਚ ਰਹਿਣ ਦੀ ਆਦਤ ਪੈ ਜਾਂਦੀ। ਉਹ ਬਾਹਰ ਜਾਣਾ ਹੀ ਨਹੀਂ ਚਾਹੁੰਦੇ। ਐਸੇ ਕੈਦੀ ਹਨ ਜਿਨ੍ਹਾਂ ਨੂੰ ਛੱਡ ਵੀ ਦਿੰਦੇ ਹਨ, ਉਹ ਜਾਂਦੇ ਹੀ ਨਹੀਂ ਬਾਹਰ, ਕਹਿੰਦੇ ਸਾਨੂੰ ਇੱਥੇ ਹੀ ਕੰਮ ਦੇ ਦਿਓ ਕੋਈ। ਹੁਣ ਚੇਤੇ ਹੀ ਨਹੀਂ ਲੱਗਦਾ, ਆਦਤ ਪੈ ਗਈ। ਇੱਦਾਂ ਹੀ
ਬੰਧਨਾਂ 'ਚ ਰਹਿਣ ਦੀ ਆਦਤ ਪੈ ਗਈ, ਬੰਧਨਾਂ ਨੂੰ ਸਜਾ ਲਿਆ, ਸਵਾਰ ਲਿਆ, ਪਿਆਰੇ ਬਣਾ ਲਏ ਅਤੇ ਆਦਤ ਬਣ ਗਈ। ਅਤੇ ਲੋਹੇ ਦੇ ਬੰਧਨ ਵੀ ਨਹੀਂ, ਲੋਹੇ ਦੀ ਜੰਜੀਰਾਂ ਨਹੀਂ ਛੁੱਟਦੀਆਂ ਹਨ, ਫਿਰ ਸੋਨੇ ਦੀਆਂ ਤਾਂ ਹੋਰ ਜ਼ਿਆਦਾ ਪਿਆਰੀਆਂ ਧਾਰਮਿਕ ਜੰਜੀਰਾਂ। ਜਿਵੇਂ ਇਵੇਂ ਸਮਝ ਲਵੋ ਤੁਸੀਂ, ਸਾਡੇ ਕੋਲ ਇੱਥੇ ਕਮਾਈ ਆਈ ਹੋਈ ਹੈ ਕੁਛ ਦਿਨਾਂ ਤੋਂ, ਅਤੇ ਇਹਦਾ ਬਚਪਨ ਤੋਂ ਹੀ ਕਾਫੀ ਸਮੇਂ ਤੋਂ 10ਵੇਂ ਗੁਰੂ ਨਾਲ ਜ਼ਿਆਦਾ ਪਿਆਰ ਹੈ, ਗੁਰੂ ਗੋਬਿੰਦ ਸਿੰਘ ਜੀ ਨਾਲ। ਅਤੇ ਉਹਨਾਂ ਨੂੰ ਆਵਾਜ਼ਾਂ ਵੀ ਦਿੰਦੀ ਰਹਿੰਦੀ ਹੈ ਵੀ ਕਦੋਂ ਮਿਲੋਗੇ। ਅਕਸਰ ਦੱਸਦੇ ਹਨ ਪਿੰਡ ਦੇ ਲੋਕ ਵੀ ਪਸ਼ੂ ਚਾਰਦੇ ਵੀ ਹਾਕਾਂ ਮਾਰਦੀ ਰਹਿੰਦੀ ਸੀ, ਕਲਗੀਆਂ ਵਾਲਿਆ ਨੀਲੇ ਘੋੜੇ 'ਤੇ ਸਵਾਰ ਹੋ ਕੇ ਆ ਜਾ। ਇਹ ਧਾਰਨਾ ਬਿਠਾਈ ਤੇ ਧਾਰਮਿਕ ਲੋਕਾਂ ਨੇ ਹੈ ਨਾ। ਪਹਿਲਾਂ ਉਹਨੇ ਇਤਿਹਾਸ ਸੁਣਿਆ, ਇਤਿਹਾਸ ਦੁਆਰਾ ਕਲਪਨਾ ਕੀਤੀ, ਐਸੇ ਐਸੇ ਗੁਰੂ। ਫਿਰ ਤਸਵੀਰਾਂ ਵੀ ਦੇਖੀਆਂ ਹਨ ਬਣੀਆਂ ਹੋਈਆਂ ਨੀਲੇ ਘੋੜੇ 'ਤੇ ਸਵਾਰ, ਅਤੇ ਵੈਸਾ ਖਿਆਲ ਬੈਠ ਗਿਆ, ਵੈਸਾ ਆਕਾਰ ਧਾਰਨ ਕਰ ਲਿਆ ਅੰਦਰ, ਐਸੇ ਐਸੇ ਗੁਰੂ। ਹੁਣ ਕਲਪਨਾ ਇਹਦੀ ਆਪਣੀ ਹੀ ਹੈ। ਇਸੇ ਕਾਰਨ ਹੀ ਜਾਗਰਤ ਪੁਰਸ਼ ਜਿਹੜੇ ਹਨ ਨਾ, ਇਹ ਜੋ ਬਾਹਰ ਮੁਖੀ ਧਾਰਮਿਕ ਹਨ, ਇਹਨਾਂ ਤੋਂ ਬਚਣ ਵਾਸਤੇ ਕਹਿੰਦੇ ਹਨ ਅਕਸਰ। ਉਹ ਇਸੇ ਕਾਰਨ ਹੀ, ਕਿਉਂਕਿ ਇਹ ਜ਼ਿਆਦਾ ਬੰਧਨ ਦੇ ਵਿੱਚ ਪਾ ਦਿੰਦੇ ਹਨ ਲੋਕਾਂ ਨੂੰ। ਹੁਣ ਇਤਿਹਾਸਕਾਰਾਂ ਨੂੰ ਲੋਕ ਬਹੁਤ ਚੰਗਾ ਸਮਝਦੇ ਹਨ, ਧਾਰਮਿਕ ਲੋਕ, ਜਾਂ ਤਸਵੀਰਾਂ ਬਣਾਉਣ ਵਾਲਿਆਂ ਨੂੰ ਵੀ ਬਹੁਤ ਆਦਰ ਸਤਿਕਾਰ ਮਿਲਦੇ ਹਨ। ਪਰ ਇਹ ਕਰ ਕੀ ਰਹੇ ਹਨ? ਇੱਕ ਧਾਰਨਾ ਤੁਹਾਡੇ ਮਨ ਦੇ ਅੰਦਰ ਬਿਠਾ ਰਹੇ ਹਨ, ਧਾਰਨਾ ਦੇ ਨਾਲ ਤੁਸੀਂ ਜੁੜ ਰਹੇ ਹੋ, ਕਲਪਨਾ ਦੇ ਨਾਲ। ਪਹਿਲਾਂ ਇਤਿਹਾਸ ਸੁਣਾਇਆ, ਕਲਪਨਾ ਕੀਤੀ, ਕਵੀ ਨੇ ਵੀ ਕਲਪਨਾ ਕਰਕੇ ਇਤਿਹਾਸ ਲਿਖਿਆ, ਫਿਰ ਉਹ ਇਤਿਹਾਸ ਨੂੰ ਪੜ੍ਹ ਕੇ ਕਲਪਨਾ ਕਰਕੇ ਚਿੱਤਰਕਾਰਾਂ ਨੇ ਚਿੱਤਰ ਬਣਾ ਦਿੱਤੇ। ਉਹ ਚਿੱਤਰਾਂ ਨੂੰ ਤੁਸੀਂ ਕਲਪਨਾ ਕਰਕੇ ਮਨ ਦੇ ਅੰਦਰ ਵਸਾ ਲਿਆ, ਉਹ ਤੁਹਾਡੀ ਹੀ ਕਲਪਨਾ ਹੈ। ਕਲਪਨਾ 'ਚੋਂ ਕਲਪਨਾ ਨਿਕਲਦੀ, ਦੇਖੋ। ਤੋ ਉਸ ਕਲਪਨਾ ਦੇ ਨਾਲ ਤੁਸੀਂ ਜੁੜ ਗਏ। ਹੁਣ ਕਲਪਨਾ ਨੂੰ ਸੱਚ ਹੁੰਦਾ ਤੁਸੀਂ ਦੇਖਣਾ ਚਾਹੁੰਦੇ ਹੋ। ਫਿਰ ਆਦਮੀ ਨੂੰ ਨਾ ਦਿਸੇ ਤੇ ਹੰਕਾਰ ਦੀ ਤ੍ਰਿਪਤੀ ਨਹੀਂ ਹੁੰਦੀ ਵੀ ਮੈਂ ਇੰਨੇ ਚਿਰ ਆਰਾਧਨ ਕੀਤਾ, ਇੰਨਾ ਆਵਾਜ਼ਾਂ ਮਾਰੀਆਂ, ਮੈਨੂੰ ਹੁਣ ਦਿਖੂਗਾ ਨਾ। ਦਿਖਣਾ ਚਾਹੀਦਾ ਹੈ। ਅਤੇ ਇੱਦਾਂ ਹੀ ਕਲਪਨਾ 'ਚ ਬਹੁਤ ਲੋਕ ਜੀ ਰਹੇ ਹਨ, ਕਲਪਨਾ ਦੇ ਨਾਲ ਜੁੜ ਜਾਂਦੇ, ਕਲਪਨਾ ਨਾਲ ਮੋਹ ਹੋ ਜਾਂਦਾ, ਜਿਵੇਂ ਕਵੀਆਂ ਦਾ ਕਲਪਨਾ ਨਾਲ ਮੋਹ ਹੋ ਜਾਂਦਾ ਹੈ। ਤੋ ਕਵਿਤਾ ਹੀ ਸੋਚਦੇ ਰਹਿੰਦੇ ਹਨ, ਕਈ ਵਿਚਾਰਕ ਵਿਚਾਰ ਹੀ ਕਰਦੇ ਰਹਿੰਦੇ ਹਨ, ਆਪਣੀ ਬੁੱਧੀ ਨਾਲ ਮੋਹ ਹੋ ਜਾਂਦਾ ਹੈ। ਉਹ ਵੀ ਜੁੜੇ ਹੋਏ ਹਨ, ਉਹ ਵੀ ਹਟ ਨਹੀਂ ਸਕਦੇ। ਅਤੇ ਕਿਤੇ ਵੀ ਹੋ ਸਕਦਾ ਹੈ ਲਗਾਵ ਧਾਰਮਿਕ ਜਗਤ 'ਤੇ। ਫਿਰ ਜਿਹੜਾ ਧਾਰਮਿਕ ਜਗਤ ਦੇ ਵਿੱਚ ਲਗਾਵ ਹੋ ਗਿਆ ਹੈ ਨਾ, ਉਹ ਤੋੜਨਾ ਔਖਾ ਹੈ, ਕਿਉਂਕਿ ਉਹ ਬਹੁਤ ਪਿਆਰਾ ਲਗਾਵ ਆਦਮੀ ਬਣਾ ਲੈਂਦਾ ਹੈ। ਗੁਰੂ ਨਾਲ, ਗੁਰੂ ਦੇ ਇਤਿਹਾਸ ਨਾਲ, ਗੁਰੂ ਦੇ ਉਪਦੇਸ਼ ਨਾਲ ਮੈਂ ਪਿਆਰ ਕਰਦਾ, ਉਹਨੂੰ ਵਿਚਾਰੀ ਜਾਂਦਾ ਹੈ। ਹੁਣ ਉਹਨੂੰ ਹਟਾਓ ਕਿਵੇਂ ਵੀ ਇਹ ਪਿਆਰ ਤੈਨੂੰ ਲੈ ਕੇ ਨਹੀਂ ਕਿਤੇ ਜਾਵੇਗਾ। ਇਹ ਸਮਝਣ ਵਾਸਤੇ ਹੈ ਉਪਦੇਸ਼। ਤੂੰ ਇਹਨੂੰ ਪੜ੍ਹੀ ਜਾਂਦਾ, ਇਹਨੂੰ ਵਿਚਾਰੀ ਜਾਂਦਾ, ਸਮਝ ਦੇ ਤਲ 'ਤੇ ਤੂੰ ਸਮਝ ਦੇ ਨਾਲ ਜੁੜੀ ਜਾਂਦਾ। ਸਮਝ ਨਾਲ ਮੋਹ ਹੋ ਗਿਆ ਤੇਰਾ, ਸਮਝ ਨਾਲ ਮਮਤਾ ਜੁੜ ਗਈ। ਅਤੇ ਬੰਧਨ, ਇਹ ਵੀ ਬੰਧਨ ਹੈ, ਸਮਝ ਦੇ ਨਾਲ ਬੰਧਨ ਹੋ ਗਏ। ਗਿਆਨ ਦੇ ਨਾਲ, ਗਿਆਨ ਵੀ ਬੰਨ੍ਹ ਲੈਂਦਾ ਹੈ ਨਾ, ਗਿਆਨ ਦੇ ਨਾਲ ਬੰਧਨ ਹੋ ਜਾਂਦਾ ਹੈ। ਮੈਂ ਜਾਣਦਾ, ਇਹ ਵੀ ਬੰਧਨ ਬਣ ਗਏ। ਬਹੁਤ ਗਿਆਨੀ ਡੁੱਬ ਜਾਂਦੇ ਹਨ ਇਸ ਗਿਆਨ ਦੇ ਵਿੱਚ, ਬੰਧਨ ਬਣ ਗਿਆ ਨਾ, ਗਿਆਨ ਵੀ ਬੰਧਨ ਬਣ ਜਾਂਦਾ। ਇੱਦਾਂ ਹੀ ਧਰਮ ਬੰਧਨ ਬਣਦਾ ਹੈ,
ਆਸਾ ਮਨਸਾ ਬੰਧਨੀ ਭਾਈ, ਧਰਮ ਕਰਮ ਬੰਧਕਾਰੀ। ਧਰਮ ਵੀ ਬੰਧਨ ਹੈ, ਧਾਰਮਿਕ ਕਰਮ ਵੀ ਬੰਧਨ ਵਿੱਚ ਪਾ ਦਿੰਦੇ। ਹੁਣ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਇਸ ਮਾਈ ਦਾ ਸੰਸਾਰ ਦੇ ਨਾਲ ਲਗਾਵ ਨਹੀਂ ਬਣਿਆ ਹੈ, ਮੋਹ ਨਹੀਂ ਬਣਿਆ ਹੈ, ਕਿਉਂਕਿ ਚੇਤਾ ਕਰਦੀ ਰਹੀ ਹੈ ਗੁਰੂ ਨੂੰ। ਪਰ ਗੁਰੂ ਨੂੰ ਚੇਤੇ ਕਰਦੀ ਰਹੀ ਹੈ ਆਕਾਰ ਰੂਪ ਦੇ ਵਿੱਚ। ਜੋ ਦੇਖਿਆ ਹੈ, ਜੋ ਸੁਣਿਆ ਹੈ ਕਥਾਵਾਂ ਦੇ ਵਿੱਚ, ਗਾਥਾਵਾਂ ਦੇ ਵਿੱਚ, ਵੈਸਾ ਹੀ ਗਾਉਂਦੀ ਹੈ। ਹੁਣ ਇਸ ਆਕਾਰ ਤੋਂ ਮੁਕਤ ਇਹਨੂੰ ਹੋਣਾ ਬਹੁਤ ਔਖਾ ਹੋਵੇਗਾ, ਬਹੁਤ ਕਠਿਨ ਹੋਵੇਗਾ, ਕਿਉਂਕਿ ਇਸ ਆਕਾਰ ਨੂੰ ਛੱਡਣਾ। ਦੇਖੋ ਸੰਸਾਰ ਦੇ ਆਕਾਰ ਨੂੰ ਇਹਨੇ ਛੱਡ ਦਿੱਤਾ, ਸੰਸਾਰ ਨਾਲ ਮੋਹ ਨਹੀਂ ਹੈ। ਅੱਜ ਇਹ ਉਹਦਾ ਘਰ ਵਾਲਾ ਤੇ ਉਹਦਾ ਇੱਕ ਪੋਤਾ ਛੋਟਾ ਜਿਹਾ ਆਇਆ ਸੀ, ਤੇ ਪੋਤੇ ਨੂੰ ਆਪਣੇ ਦਾਦੀ ਨਾਲ ਬਹੁਤ ਮੋਹ ਹੈ। ਉਹ ਕਹਿੰਦੀ ਉਦਣ ਦੀ ਇਹਨੇ ਚੱਜ ਨਾਲ ਰੋਟੀ ਨਹੀਂ ਖਾਧੀ, ਅੱਜ ਵੀ ਉਹਨੂੰ ਲੈਣ ਵਾਸਤੇ ਆਇਆ। ਮੈਂ ਕਿਹਾ ਦੇਖੋ ਉਲਟਾ ਹੀ ਕੰਮ ਹੋ ਗਿਆ। ਅਸੀਂ ਸੋਚਦੇ ਹਾਂ ਦਾਦੀ ਦਾ ਪੋਤੇ ਨਾਲ ਮੋਹ ਹੁੰਦਾ ਹੈ, ਇੱਥੇ ਪੋਤੇ ਦਾ ਦਾਦੀ ਨਾਲ ਮੋਹ ਹੋ ਗਿਆ। ਉਹ ਕਹਿੰਦਾ ਮੈਂ ਲੈ ਕੇ ਹੀ ਜਾਣਾ। ਦੇਖੋ ਕਿੰਨਾ ਲਗਾਵ ਹੋ ਗਿਆ ਛੋਟੇ ਦੇ ਬੱਚੇ ਦਾ। ਮੈਂ ਉਹਨੂੰ ਸਮਝਾਇਆ ਤੇ ਹੈ, ਪਰ ਇਸ ਉਮਰ ਦੇ ਵਿੱਚ ਸਮਝਣਾ ਔਖਾ ਹੁੰਦਾ ਹੈ ਵੀ ਅਗਰ ਦਾਦੀ ਨਾਲ ਤੂੰ ਪ੍ਰੇਮ ਕਰਦਾ ਹਾਂ ਤੇ ਦਾਦੀ ਜਿੱਥੇ ਰਹਿਣਾ ਚਾਹੁੰਦੀ ਹੈ, ਚੰਗਾ ਲੱਗਦਾ ਹੈ ਉਹਨੂੰ, ਅਗਰ ਤੂੰ ਉੱਥੇ ਹੀ ਰਹਿਣ ਦੇਵੇਂਗਾ ਤਾਂ ਤੇਰਾ ਪ੍ਰੇਮ ਹੋਵੇਗਾ। ਅਗਰ ਤੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਜਾਵੇਂਗਾ ਤਾਂ ਉੱਥੋਂ ਉਹ ਰਹਿਣਾ ਨਹੀਂ ਚਾਹੁੰਦੀ ਹੈ, ਤੇ ਫਿਰ ਤੂੰ ਇਹਨੂੰ ਦੁਖੀ ਕਰ ਰਿਹਾ। ਤੇਰਾ ਪ੍ਰੇਮ ਕਾਹਦਾ? ਪ੍ਰੇਮ ਤੇ ਇਹੋ ਹੀ ਹੈ ਨਾ ਵੀ ਜਿੱਥੇ ਰਹਿਣਾ ਚਾਹੁੰਦਾ ਹੈ ਅਗਲਾ ਉੱਥੇ ਹੀ ਠੀਕ ਹੈ। ਪਰ ਬੱਚਿਆਂ ਦੀ ਜਿੱਦ ਵੀ ਹੁੰਦੀ ਹੈ, ਬੱਚੇ ਅਕਸਰ ਜਿੱਦੀ ਵੀ ਹੁੰਦੇ ਹਨ, ਕਿਉਂਕਿ ਹੰਕਾਰ ਪੰਖ ਪਸਾਰਦਾ ਹੈ ਨਾ ਜਿੱਦ ਕਰਕੇ। ਬੱਚਾ ਜਿੱਦ ਇਸੇ ਕਰਕੇ ਕਰਦੇ ਵੀ ਉਹਨਾਂ ਦਾ ਹੰਕਾਰ ਪ੍ਰਫੁੱਲਤ ਹੁੰਦਾ, ਦਿਖਾਉਣਾ ਚਾਹੁੰਦੇ ਹਾਂ ਅਸੀਂ ਕੌਣ। ਤੇ ਜਿੰਨੇ ਜ਼ਿਆਦਾ ਜਿੱਦੀ ਜਿਹੜੇ ਹੁੰਦੇ ਹਨ ਉਹ ਹੀ ਅੱਗੇ ਸੰਸਾਰ 'ਚ ਵੀ ਕਾਮਯਾਬ ਹੁੰਦੇ ਹਨ। ਉਹ ਫਿਰ ਕਰਕੇ ਕੁਛ ਦਿਖਾਉਂਦੇ ਹਨ, ਜਿਹਦੇ ਦੁਆਰਾ ਅਸੀਂ ਬਣ ਕੇ ਦਿਖਾਵਾਂਗੇ ਕੁਛ ਐਂ, ਅਸੀਂ ਐਵੇਂ ਨਹੀਂ। ਤੇ ਜਿੱਦੀ ਪਹੁੰਚ ਜਾਂਦੇ ਹਨ ਅੱਗੇ ਸੰਸਾਰ ਦੇ ਵਿੱਚ, ਕੁਛ ਬਣ ਜਾਂਦੇ ਹਨ, ਕੁਛ ਕਰ ਜਾਂਦੇ ਹਨ। ਤੇ ਉਹ ਫਿਰ ਪਿਛਲੇ ਜਿੱਦੀਆਂ ਨੂੰ ਦੱਸਦੇ ਹਨ ਵੀ ਅਸੀਂ ਜਿੱਦ ਆਪਣੀ ਐਵੇਂ ਪੂਰੀ ਕੀਤੀ, ਧਾਰਨ ਕਰ ਲਿਆ ਵੀ ਪਹੁੰਚਣਾ ਹੀ ਪਹੁੰਚਣਾ ਹੈ ਆਖਰੀ ਸੋਰ 'ਤੇ। ਤੇ ਤੁਸੀਂ ਵੀ ਜਿੱਦ ਪੂਰੀ ਕਰ ਸਕਦੇ ਹੋ ਆਪਣੀ। ਤੇ ਕੁਛ ਕੁ ਜਿੱਦੀ ਉਹਨਾਂ ਦੇ ਪਿੱਛੇ ਲੱਗ ਜਾਂਦੇ, ਆਪਣੀ ਜਿੱਦ ਪੂਰੀ ਕਰਦੇ, ਤੇ ਹੰਕਾਰੇ ਹੀ ਜਿੱਤਦੇ ਹਨ ਸੰਸਾਰ ਦੇ ਵਿੱਚ। ਨਿਰਹੰਕਾਰੀ ਥੋੜ੍ਹੀ ਜਿੱਤ ਸਕਦਾ ਹੈ। ਤੇ ਨਿਰਹੰਕਾਰੀ ਜਿਹੜਾ ਹੈ ਨਾ, ਉਹ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੇਗਾ। ਉਹ ਕਹੇਗਾ ਠੀਕ ਹੈ, ਤੂੰ ਜਿੱਥੇ ਰਾਜੀ। ਫਿਰ ਖਿਆਲ ਵਿੱਚ ਰੱਖੋ ਵੀ ਇਹ ਬੰਧਨ ਹਨ ਸੰਸਾਰ ਦੇ ਨਾਲ, ਤੁਸੀਂ ਬੰਧੇ ਹੋਏ ਹੋ। ਤੇ ਬੰਧਨਾਂ ਤੋਂ ਮੁਕਤ ਹੋਣਾ ਹੈ। ਮੈਂ ਕਹਿੰਦਾ ਹਾਂ ਬੰਧਨ ਛੱਡੋ, ਬੰਧਨ ਤੋੜੋ। ਮੁਕਤੀ ਦੀ ਤੁਸੀਂ ਗੱਲ ਹੀ ਨਾ ਕਰੋ। ਅਗਰ ਕੋਈ ਪੁੱਛਦਾ ਵੀ ਹੈ ਨਾ ਤਾਂ ਉਹਨੂੰ ਕਹੋ ਵੀ ਅਸੀਂ ਮੁਕਤ ਮਕਤ ਨਹੀਂ ਹੋਣਾ ਹੈ। ਮੈਂ ਕਹਿੰਦਾ ਤੁਸੀਂ ਮੁਕਤ ਹੋ। ਜਿਹੜਾ ਮੁਕਤ ਹੋ ਜਾਂਦਾ ਹੈ ਨਾ ਉਹ ਜਾਣਦਾ ਹੈ ਵੀ ਸਾਰੇ ਮੁਕਤ ਹਨ। ਅੰਦਰੋਂ ਤੇ ਤੁਸੀਂ ਸਾਰੇ ਮੁਕਤ ਹੀ ਦਿਖ ਰਹੇ ਹੋ ਮੈਨੂੰ। ਹਾਂ, ਬਾਹਰ ਬਾਹਰ ਸੁਰਤ ਲੱਗੀ ਹੈ ਤੁਹਾਡੀ, ਕਿਤੇ ਲੱਗੀ ਹੈ, ਕਿਸੇ ਦੀ ਕਿਤੇ ਲੱਗੀ, ਕਿਸੇ ਦੀ ਕਿਤੇ ਲੱਗੀ। ਮੈਂ ਕਹਿੰਦਾ ਸੁਰਤ ਹਟਾਓ ਬਾਹਰੋਂ, ਤੁਸੀਂ ਮੁਕਤੀ ਹੀ ਹੋ। ਮੁਕਤੀ ਲੈਣ ਥੋੜ੍ਹੀ ਕਿਤੋਂ ਜਾਣਾ ਹੈ, ਨਾ ਹੀ ਮੁਕਤੀ ਕਰਾਉਂਦਾ ਹੈ ਕੋਈ। ਮੈਂ ਥੋੜ੍ਹੀ ਕਰਾਉਣਾ ਹੈ ਤੁਹਾਨੂੰ ਮੁਕਤ ਕਰਨਾ ਹੈ। ਮੈਂ ਤਾਂ ਇੰਨਾ ਹੀ ਕਹਿੰਦਾ ਹੈ ਤੁਸੀਂ ਬੰਧਨ ਮੁਕਤ ਹੋ ਸਕਦੇ ਹੋ। ਮੈਂ ਤੁਹਾਨੂੰ ਤਰੀਕਾ ਦੱਸਦਾ ਵੀ ਇਸ ਢੰਗ ਦੇ ਨਾਲ ਬੰਧਨ ਮੁਕਤ ਹੋਇਆ ਜਾ ਸਕਦਾ ਹੈ। ਜਦੋਂ ਬੰਧਨ ਹੀ ਟੁੱਟ ਗਏ ਸਾਰੇ, ਤੇ ਮੁਕਤ ਹੋ ਹੀ ਗਏ ਨਾ।
ਤੇ ਇਹ ਗੱਲ ਧਾਰਮਿਕ ਲੋਕ ਨਹੀਂ ਕਹਿੰਦੇ ਹਨ, ਉਹ ਕਹਿੰਦੇ ਹਨ ਮੁਕਤ ਹੋਣਾ ਹੈ। ਮੈਂ ਕਹਿੰਦਾ ਬੰਧਨਾਂ ਤੋਂ ਮੁਕਤ ਹੋ ਜਾਓ, ਸੰਸਾਰ ਤੋਂ ਮੁਕਤ ਹੋਣਾ, ਸੰਸਾਰ ਨੂੰ ਛੱਡਣਾ, ਸੰਸਾਰ ਵੱਲੋਂ ਧਿਆਨ ਹਟਾਉਣਾ, ਇਹੋ ਹੀ ਬੰਧਨ ਹੈ। ਧਿਆਨ ਤੁਹਾਡਾ ਸੰਸਾਰ 'ਚ ਲੱਗ ਗਿਆ, ਚਿੱਤ ਲੱਗ ਗਿਆ ਸੰਸਾਰ 'ਚ, ਚਿੱਤ ਲੱਗ ਗਿਆ ਦ੍ਰਿਸ਼ਟਮਾਨ ਦੇ ਵਿੱਚ, ਤੇ ਇਹ ਮਿਥਿਆ ਹੈ, ਦ੍ਰਿਸ਼ਟਮਾਨ ਹੈ ਸਗਲ ਮਿਥਿਆ। ਤੁਹਾਡੀ ਸੁਰਤ ਮਿਥਿਆ ਦੇ ਵਿੱਚ ਲੱਗ ਗਈ, ਝੂਠ 'ਚ ਲੱਗ ਗਈ। ਸੁਪਨਾ ਦੇਖਦੇ ਦੇਖਦੇ ਤੁਸੀਂ ਸੁਪਨੇ ਨੂੰ ਹੀ ਸੱਚ ਸਮਝ ਲਿਆ। ਮੇਰੇ ਮੇਰੇ ਮੇਰੀ ਮੇਰਾ ਕਰ ਕਰਕੇ ਤੁਸੀਂ ਉਹ ਧਾਰਨਾ ਪੱਕੀ ਕਰ ਲਈ, ਸੱਚ ਸਮਝ ਲਏ। ਉਹ ਸੱਚ ਦੇ ਇਸ ਸੁਪਨੇ ਦੇ ਵਿੱਚ ਸੁਰਤ ਲੱਗ ਗਈ ਤੇ ਸੁਪਨਾ ਟੁੱਟੇਗਾ। ਜਿਵੇਂ ਜਿਵੇਂ ਤੁਸੀਂ ਬੰਧਨ ਤੋੜੋਗੇ ਨਾ, ਤਿਵੇਂ ਤਿਵੇਂ ਸੁਪਨਾ ਟੁੱਟੇਗਾ। ਤੇ ਹਟੋ ਥੋੜਾ ਥੋੜਾ ਪਿੱਛੇ, ਬੰਧਨਾਂ ਤੋਂ ਛੁੱਟਣਾ ਹੈ। ਮੁਕਤੀ ਕਿਤੋਂ ਲੈਣ ਨਹੀਂ ਜਾਣੀ ਹੈ। ਖਿਆਲ ਵਿੱਚ ਰੱਖਿਓ, ਅੰਦਰੋਂ ਤੁਸੀਂ ਮੁਕਤੀ ਹੋ, ਤੁਸੀਂ ਮੁਕਤੀ ਆਏ ਸੀ। ਸਿਰਫ ਖਿਆਲ ਕਰਕੇ, ਧਿਆਨ ਕਰਕੇ, ਸੁਰਤ ਕਰਕੇ ਤੁਸੀਂ ਬੰਧ ਗਏ ਹੋਏ ਸੰਸਾਰ ਨਾਲ। ਤੇ ਇਹੋ ਹੀ ਬੰਧਨ ਤੁਹਾਨੂੰ ਵਾਰ-ਵਾਰ ਲੈ ਕੇ ਆਉਂਦਾ, ਕਿਉਂਕਿ ਸੁਰਤ ਜੁੜੀ ਹੁੰਦੀ ਹੈ ਤੇ ਸਰੀਰ ਛੁੱਟ ਜਾਂਦਾ ਹੈ। ਫਿਰ ਸੁਰਤ ਜੁੜੀ ਹੋਣ ਕਰਕੇ ਸਰੀਰ ਫਿਰ ਧਾਰਨ ਕਰ ਲੈਂਦਾ ਹੈ। ਤੇ ਇੱਥੇ ਹੀ ਦੁੱਖ ਸੁੱਖ ਪਾਉਂਦੇ ਰਹਿੰਦੇ ਹਨ ਲੋਕ ਜਨਮਾਂ ਜਨਮਾਂਤਰਾਂ ਦੇ ਵਿੱਚ। ਤੇ ਸੁਰਤ ਬਹੁਤ ਸਮੇਂ ਦੀ ਜੁੜੀ ਹੈ। ਬੰਧਨ ਬਹੁਤ ਪੱਕੇ ਹਨ, ਮੰਨ ਲਿਆ, ਬਹੁਤ ਮਜ਼ਬੂਤ ਹਨ, ਪਰ ਟੁੱਟ ਸਕਦੇ ਹਨ। ਬਹੁਤ ਕਠਿਨ ਹਨ, ਸਮੇਂ ਲੱਗ ਸਕਦਾ ਹੈ, ਫਿਰ ਵੀ ਟੁੱਟ ਸਕਦੇ ਹਨ ਅਗਰ ਤੁਸੀਂ ਤੋੜਨਾ ਚਾਹੋ। ਤੇ ਮੈਂ ਤੁਹਾਨੂੰ ਬੰਧਨ ਮੁਕਤ ਹੋਣ ਦੀ ਕਲਾ ਦੱਸ ਰਿਹਾ ਹਾਂ। ਤੇ ਮੈਂ ਕਹਿੰਦਾ ਤੁਸੀਂ ਮੁਕਤ ਹੋ, ਸਿਰਫ ਬੰਧਨਾਂ ਤੋਂ ਹੀ ਛੁੱਟਣਾ ਹੈ। ਬੰਧਨ ਮੁਕਤ ਸੋ ਆਖੀਏ, ਮਰ ਜੀਵੇ ਮਰੀ, 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 ਮਰ ਜੀਵੇ ਮਰੀ।